A very warm welcome to all my students. I am Shikha Arora, lecturer in English at Government Senior Secondary Smart School, Sekha, Barnala. My today's topic is notice writing. After the completion of this lecture, you will be able to write notices for different purpose. They can be social or educational. It can be a public notice or it can be a notice for tender or auction. A notice is a very short piece of writing ਤਾਂ ਜਿਹੜਾ ਵੀ ਨੋਟਿਸ ਅਸੀਂ ਲਿਖਣਾ ਹੈ ਨੋਟਿਸ ਦਾ ਮਤਲਬ ਕਿਸੇ ਦੇ ਧਿਆਨ ਦੇ ਵਿੱਚ ਕੁਝ ਲਿਆਣਾ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਮੈਂ ਤੇਰੇ ਨੋਟਿਸ 'ਚ ਇਹ ਗੱਲ ਲਿਆਣਾ ਚਾਹੁੰਦਾ ਸੀ ਤੇ ਜਦੋਂ ਆਪਾਂ ਨੋਟਿਸ ਲਿਖਣਾ ਹੈ ਜੇ ਅਸੀਂ ਉਹਨੂੰ ਲੰਬਾ ਚੌੜਾ ਲਿਖ ਦਿਆਂਗੇ ਬਹੁਤ ਜ਼ਿਆਦਾ ਚੀਜ਼ਾਂ ਵਿੱਚ ਪਾ ਦਿਆਂਗੇ ਤਾਂ ਧਿਆਨ ਹੀ ਨਹੀਂ ਜਾਏਗਾ ਕਿਸੇ ਗੱਲ ਤੇ ਤਾਂ ਅਸੀਂ ਜਦੋਂ ਨੋਟਿਸ ਲਿਖਣਾ ਹੈ ਤਾਂ ਅਸੀਂ ਇੱਕ ਸਪੈਸ਼ਲ ਗੱਲ ਜਿਹਦੇ ਬਾਰੇ ਅਸੀਂ ਨੋਟਿਸ ਲਿਖਣਾ ਹੈ ਉਹੀ ਅਸੀਂ ਕਰਨੀ ਹੈ ਅਦਰਵਾਈਜ਼ ਅਸੀਂ ਉਹਦੇ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਕਰਨੀ ਤਾਂ a notice is a very short piece of writing which is usually formal in style formal ਹੁੰਦਾ ਹੈ it is meant to provide integrated and useful information बड़ी ही यूजफुल और इंटीग्रेटेड इंफॉर्मेशन देनी है to issue public instructions to make appeals or issue warning about the events that have happened or about to happen मतलब कुछ भी होने वाला है या हो चुका है ਉਹਦੇ ਬਾਰੇ ਤੁਸੀਂ ਕਿਸੇ ਦੇ ਧਿਆਨ 'ਚ ਕੋਈ ਗੱਲ ਲਿਆਣੀ ਹੈ ਤਾਂ you will write notice notices are supposed to be pinned up or pasted on notice boards meant for this purpose only ਨੋਟਿਸ ਬੋਰਡਸ ਬਣੇ ਹੁੰਦੇ ਆ ਮੋਸਟਲੀ ਆਫਿਸਿਸ ਦੇ ਵਿੱਚ ਜਾਂ ਸਕੂਲਸ ਦੇ ਵਿੱਚ ਕਾਲਜਸ ਦੇ ਵਿੱਚ ਕਿਸੇ ਵੀ ਇੰਸਟੀਟਿਊਸ਼ਨਸ ਦੇ ਵਿੱਚ ਤਾਂ ਉੱਥੇ ਕਿਉਂਕਿ ਜਿਹੜੀ ਗੱਲ ਕਿਸੇ ਦੇ ਧਿਆਨ 'ਚ ਲਿਆਣੀ ਹੁੰਦੀ ਹੈ ਉਹਦੇ ਨੋਟਿਸ ਬਣਾ ਕੇ ਉੱਥੇ ਪਿਨ ਅਪ ਕਰ ਦਿੱਤਾ ਜਾਂਦਾ ਹੈ there can be one or more notice boards in a school or an organization for everyone to read ਹੁਣ ਆਪਣੇ ਕੋਲ ਜਿਹੜਾ ਮੇਨ ਚੀਜ਼ ਆ ਜਾਂਦੀ ਹੈਗੀ ਹੈ ਕਿਉਂਕਿ ਅਸੀਂ ਐਗਜ਼ਾਮ ਦੇ ਪੁਆਇੰਟ ਆਫ View ਤੋਂ ਵੀ ਕਰ ਰਹੇ ਹਾਂ ਤੇ ਜਾਂ ਅਸੀਂ ਐਗਜ਼ਾਮ ਦੇ ਵਿੱਚ ਜਦੋਂ ਨੋਟਿਸ ਲਿਖਣਾ ਜਾਂ ਅਸੀਂ ਕਿਤੇ ਵੀ ਨੋਟਿਸ ਲਿਖਣਾ ਹੈ ਤਾਂ ਵੀ ਸ਼ੁੱਡ ਬੀ ਨੋਇੰਗ ਹਾਊ ਟੂ ਰਾਈਟ ਅ ਨੋਟਿਸ ਨੋਟਿਸ ਰਾਈਟਿੰਗ ਇਜ਼ ਐਨ ਆਰਟ ਕੋਈ ਵੀ ਕ੍ਰੀਏਟਿਵ ਰਾਈਟਿੰਗ ਹੈ ਦੈਟ ਇਜ਼ ਐਨ ਆਰਟ that requires practice to be effective ਇਫੈਕਟਿਵ ਹੋਣਾ ਚਾਹੀਦਾ ਹੈ ਤੁਹਾਡਾ ਨੋਟਿਸ ਸਮਝ ਆਣਾ ਚਾਹੀਦਾ ਤੁਹਾਡਾ ਨੋਟਿਸ ਦਾ ਜਿਹੜਾ ਕੰਟੈਂਟ ਹੈ ਉਹ ਪ੍ਰੋਪਰ ਹੋਣਾ ਚਾਹੀਦਾ ਹੈ तो किਵੇਂ ਹੋਏਗਾ there are some important points to be kept in mind while writing a notice ਕੀ points ਧਿਆਨ ਦੇ ਵਿੱਚ ਰੱਖਣੇ ਹੈ ਸਭ ਤੋਂ ਪਹਿਲਾਂ the complete notice must be placed within a box ਕਿਸੇ ਵੀ ਚੀਜ਼ ਨੂੰ ਹਾਈਲਾਈਟ ਕਰਨਾ ਹੈ ਤਾਂ ਅਸੀਂ ਉਹਨੂੰ ਇੱਕ ਬਾਕਸ ਦੇ ਵਿੱਚ ਰੱਖਾਂਗੇ a well written notice must inform the readers about 5 W's 3 W's ਜਿਹੜੇ ਨੇ ਉਹਦੇ ਵਿੱਚ ਇਨਕਲੂਡ ਹੋਣੇ ਚਾਹੀਦੇ ਨੇ ਤਾਂ ਹੀ ਆਪਣੀ ਜਿਹੜੀ ਰੀਜ਼ਨ ਹੈਗਾ ਕਿ ਤੁਸੀਂ ਨੋਟਿਸ ਲਿਖ ਰਹੇ ਹੋ ਜਾਂ ਜਿਹੜੀ ਗੱਲ ਹੈ ਤੁਸੀਂ ਕਿਸੇ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹੋ ਉਹ ਕਲੀਅਰ ਹੋਏਗੀ ਕਿਹੜੇ ਕਿਹੜੇ ਡਬਲਿਊ ਨੇ ਉਹ ਆਪਣੇ ਕੋਲ what where when who whom ਠੀਕ ਹੈ ਕੀ ਚੀਜ਼ ਹੋਈ ਇਹ what is going to happen ਕੀ ਹੋਣ ਜਾ ਰਿਹਾ ਕਿਹੜੀ ਇਵੈਂਟ ਹੈ ਕਾਦੇ ਬਾਰੇ ਤੁਸੀਂ ਨੋਟਿਸ ਲਿਖ ਰਹੇ ਹੋ where it will take place ਜਿਹੜੀ ਉਹ ਇਵੈਂਟ ਹੈ ਉਸ ਦੀ ਜਗ੍ਹਾ ਕੀ ਹੈ when it will take place ਉਸਦਾ ਟਾਈਮ ਕੀ ਹੈ who can apply or is eligible for it ਕੌਣ ਉਹਦੇ ਵਿੱਚ ਭਾਗ ਲੈ ਸਕਦਾ ਉਹਦੇ ਵਾਸਤੇ ਅਪਲਾਈ ਕਰ ਸਕਦਾ ਹੈ whom to contact or apply to ਕਿਸ ਨੂੰ ਤੁਸੀਂ ਜਾ ਕੇ ਕਹਿਣਾ ਹੈ ਕਿ ਮੈਂ ਇਸ ਦੇ ਵਿੱਚ ਭਾਗ ਲੈਣਾ ਹੈ ਤਾਂ ਅਸੀਂ ਕਿਸ ਨੂੰ ਕੰਟੈਕਟ ਕਰਨਾ ਹੈ ਠੀਕ ਹੈ the heading notice to make it very clear ਉੱਪਰ ਨੋਟਿਸ ਜ਼ਰੂਰ ਲਿਖਣਾ ਹੈ ਤਾਂ ਕਿ ਪਤਾ ਚੱਲੇ ਕਿ ਇਹ ਇੱਕ ਨੋਟਿਸ ਹੈ only the important points should be written again crisp and clear important points लिखने हैं फालतू कुछ नहीं लिखना the sentences should be short and grammatically accurate naturally grammar ਦੇ point of view ਤੋਂ ਤੁਹਾਡੇ ਜਿਹੜੇ sentence ਨੇ ਉਹ clear ਹੋਣੇ ਚਾਹੀਦੇ short ਹੋਣੇ ਚਾਹੀਦੇ ਲੰਬੇ ਚੌੜੀਆਂ ਗੱਲਾਂ ਅਸੀਂ ਕਰਨੀਆਂ ਹੀ ਨਹੀਂ ਹੈ these should be in passive voice as far as possible the word limit for a notice is 40 to 50 words short ਹੋਣਾ ਚਾਹੀਦਾ ਹੈ only the words in the body of the notice are counted ਜਿਹੜੇ ਉੱਪਰ headings ਵਗੈਰਾ ਉਹਨੂੰ ਅਸੀਂ count ਨਹੀਂ ਕਰਦੇ ਠੀਕ ਹੈ ਇਹ ਹੋ ਗਿਆ ਤੁਹਾਡਾ how to write a notice ਔਰ ਇਸ ਦੇ ਵਿੱਚ ਕੀ ਹੈ bold letters
Catchy slogans, striking words, phrases should be used to increase the visual appeal of the notice. ਬੇਟੇ ਕਿਸੇ ਵੀ ਰਾਈਟਿੰਗ ਨੂੰ ਤੁਸੀਂ ਅਟਰੈਕਟਿਵ ਬਣਾਉਣ ਵਾਸਤੇ ਉਹਦੇ ਵਿੱਚ ਕੁਝ ਚੀਜ਼ਾਂ ਐਡ ਕਰ ਸਕਦੇ ਹੋ, ਜਿਨ੍ਹਾਂ ਵਿੱਚ ਤੁਹਾਨੂੰ ਦੱਸਿਆ ਕਿ ਬੋਲਡ ਲੈਟਰਸ ਹੋ ਸਕਦੇ ਹੈ, ਕੈਚੀ ਸਲੋਗਨਸ ਹੋ ਸਕਦੇ ਹੈ, striking words ਹੋ ਸਕਦੇ ਹੈ, phrases ਹੋ ਸਕਦੇ ਹੈ, ਔਰ standard abbreviations are also allowed. ਤੁਸੀਂ standard abbreviations use ਕਰ ਸਕਦੇ ਹੋ, but again ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਹੁੰਨੀ ਹੈ ਕਿ ਫਾਲਤੂ ਦੀਆਂ abbreviations ਨਹੀਂ, just like let me give you an illustration here, ਕਿਉਂਕਿ ਮੈਂ ਆਪਣੇ ਲਾਸਟ ਲੈਕਚਰ 'ਚ ਵੀ ਦੇਣ ਲੱਗੀ ਸੀ, but I stopped, but now I will tell you. Talk to you later, talk to you later, TTYL, TTYL, this is the abbreviation. I was not able to understand. I think ਪਤਾ ਨਹੀਂ ਤੁਸੀਂ ਸਮਝ ਪਾਓਗੇ ਕਿ ਨਹੀਂ, ਇਸ ਤਰ੍ਹਾਂ ਦੀ abbreviations use ਨਹੀਂ ਕਰਨੀਆਂ. Okay, then we are having format of notice writing. Format ਹੁਣ ਆਪਣੇ ਕੋਲ proper ਇਹਨੂੰ ਸਮਝ ਲੈਣਾ ਹੈ, ਪਹਿਲਾਂ ਤੁਹਾਨੂੰ ਇੱਥੇ ਦਿਖਾ ਰਹੀ ਹਾਂ, ਫਿਰ ਤੁਹਾਨੂੰ ਚਾਰਟ ਫਾਰਮ ਦੇ ਵਿੱਚ ਦਿਖਾਉਂਗੀ, ਮਤਲਬ ਜਿਸ ਤਰ੍ਹਾਂ ਉਹਨੂੰ ਲਿਖਣਾ ਹੈਗਾ। ਤਾਂ ਇਹ notice has specific format. It should be written in the following format. ਸਭ ਤੋਂ ਪਹਿਲਾਂ ਜਿਸ organization ਵੱਲੋਂ ਤੁਸੀਂ notice ਲਿਖਣਾ ਹੈ ਉਸਦਾ ਨਾਮ, ਠੀਕ ਹੈ, ਫਿਰ title ਤੁਹਾਡਾ ਨੋਟਿਸ ਦਾ, ਆਰਗੇਨਾਈਜੇਸ਼ਨ ਦਾ ਨਾਮ ਫਸਟ ਆਏਗਾ, ਦੈਨ ਤੁਹਾਡਾ ਟਾਈਟਲ ਆ ਜਾਏਗਾ ਕਿ ਇਹ ਨੋਟਿਸ ਹੈ, ਦੈਨ ਪਰਪਸ ਆਫ ਨੋਟਿਸ, ਦੈਨ ਡੇਟ, ਠੀਕ ਹੈ, ਕਿਸ ਡੇਟ ਨੂੰ ਤੁਸੀਂ ਨੋਟਿਸ ਲਿਖ ਰਹੇ ਹੋ, ਬੋਡੀ ਆਫ ਦਾ ਨੋਟਿਸ, ਬੋਡੀ ਕੀ ਕੰਟੇਨ ਕਰਦੀ ਹੁੰਦੀ ਹੈ, ਸਾਰਾ ਕੰਟੈਂਟ ਜਿਹਦੇ ਵਿੱਚ ਐਸੈਂਸ਼ੀਅਲ ਇਨਫੋਰਮੇਸ਼ਨ ਹੁੰਦੀ ਹੈ, ਉਹਦੇ ਵਿੱਚ ਹੀ ਤੁਹਾਡਾ ਟਾਈਮ, ਪਲੇਸ ਐਂਡ ਕੰਟੈਕਟ ਡਿਟੇਲਸ ਰਹਿਣਗੀਆਂ, ਐਂਡ ਦ ਲਾਸਟ but not the least, writer's signature, name in block letters with designation. ਕਿਹੜੇ ਬੰਦੇ ਨੇ ਇਹ ਨੋਟਿਸ ਲਿਖਿਆ ਹੈ, ਉਸਦਾ ਡੈਜ਼ਿਗਨੇਸ਼ਨ ਕੀ ਹੈ, ਉਸਦਾ ਨੇਮ ਕੀ ਹੈ, ਕਿਉਂਕਿ ਜਿਹੜਾ ਬੰਦਾ ਨੋਟਿਸ ਲਿਖ ਰਿਹਾ ਉਸੇ ਨੂੰ ਤੁਸੀਂ ਜਾ ਕੇ ਕੰਟੈਕਟ ਕਰਨਾ ਹੈ ਉਸ ਇਵੈਂਟ ਦੇ ਰਿਲੇਟਡ। ਹੁਣ ਇਹ ਵੀ ਫਾਰਮੈਟ ਹੀ ਹੈ, ਬਸ ਇਹ ਫਾਰਮੈਟ ਤੁਹਾਨੂੰ ਇੱਕ ਤਰ੍ਹਾਂ ਦੱਸਿਆ ਹੈ, ਡਰਾ ਕਹਿ ਲਓ ਇਹਨੂੰ, ਕਿ ਡਰਾ ਕਰਕੇ ਦੱਸਿਆ ਵੀ ਇਸ ਤਰ੍ਹਾਂ ਲਿਖਣਾ ਹੈ। ਸਭ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨੇਮ ਆਫ ਦਾ ਆਰਗੇਨਾਈਜੇਸ਼ਨ ਆ ਗਿਆ, ਫਿਰ ਤੁਹਾਡੇ ਕੋਲ ਆ ਗਿਆ ਨੋਟਿਸ ਐਸ ਜਿਹੜਾ ਹੈਡਿੰਗ ਹੋ ਗਿਆ, ਟਾਈਟਲ, ਇੱਕ ਸਾਈਡ ਤੇ ਡੇਟ ਲਿਖ ਦੇਣੀ ਹੈ, ਇੱਕ ਸਾਈਡ ਤੇ ਹੈਡਿੰਗ ਕੀ ਹੈ ਹੁਣ ਇਹਦਾ, ਕਿ ਇਹਦੇ ਵਿੱਚ ਕੀ ਕੰਟੈਂਟ ਕੀ ਹੈ, ਜਿਸ ਤਰ੍ਹਾਂ ਮੇਨ ਆਪਾਂ ਸਬਜੈਕਟ ਕੀ ਹੈ ਇਸ ਨੋਟਿਸ ਦਾ, ਉਹ ਤੁਹਾਡਾ ਹੈਡਿੰਗ ਆ ਜਾਣਾ ਹੈ, ਦੈਨ ਕੰਟੈਂਟ ਔਰ ਬੋਡੀ ਆਫ ਦਾ ਨੋਟਿਸ, ਠੀਕ ਹੈ, ਉਹਦੇ ਵਿੱਚ ਆਪਾਂ ਕੀ ਇਨਕਲੂਡ ਕਰਨਾ ਹੈ, ਵਾਈ, ਵਟ, ਵੈਨ, ਵੇਅਰ, whom, and at the end of the notice, signature and name and designation of the writer of this notice, ਮਤਲਬ ਜਿਹੜਾ event ਨੂੰ arrange ਕਰ ਰਿਹਾ ਹੈਗਾ। So here we are taking an illustration for the notice to make it more clear to you. Here you are told that you are frame, the cultural secretary of DAV Public School Jalandhar. ਬੇਟੇ ਸਾਰਾ ਕੁਝ ਤੁਹਾਨੂੰ ਅਗੇਨ ਉਹੀ ਚੀਜ਼ਾਂ ਆ ਜਾਂਦੀਆਂ ਨੇ ਕਿ ਸਾਰਾ ਕੁਝ ਸਟੇਟਮੈਂਟ ਦੇ ਵਿੱਚ ਪਿਆ ਹੁੰਦਾ, you just need to read it carefully. ਤਾਂ ਤੁਹਾਡਾ ਨਾਮ ਦਿੱਤਾ ਪ੍ਰੇਮ ਹੈ, ਕਲਚਰਲ ਸੈਕਟਰੀ ਹੋ DAV ਪਬਲਿਕ ਸਕੂਲ ਜਲੰਧਰ ਦੇ। ਤਾਂ ਸਭ ਤੋਂ ਪਹਿਲਾਂ ਜਿਸ ਇੰਸਟੀਚਿਊਟ ਵੱਲੋਂ ਇਹ ਨੋਟਿਸ ਸੀ ਉਹ ਸਾਨੂੰ ਨਾਮ ਮਿਲ ਗਿਆ, ਬਲੌਕ ਲੈਟਰਸ ਦੇ ਵਿੱਚ ਲਿਖਣਾ ਹੈ ਨੇਮ ਆਫ ਦਾ ਆਰਗੇਨਾਈਜੇਸ਼ਨ ਇਸ਼ੂਇੰਗ ਦਾ ਨੋਟਿਸ, ਤਾਂ DAV ਪਬਲਿਕ ਸਕੂਲ ਜਲੰਧਰ ਇੱਥੇ ਆਪਾਂ ਲਿਖਤਾ। ਫਿਰ ਆਪਾਂ ਕਿਉਂਕਿ ਵਰਡ ਜਿਹੜਾ ਨੋਟਿਸ ਹੈ ਉਹ ਜ਼ਰੂਰੀ ਲਿਖਣਾ ਵਾ ਤਾਂ ਕਿ ਸਭ ਦੇ ਧਿਆਨ 'ਚ ਲਿਆਉਣਾ ਹੁੰਦਾ ਹੈ ਕਿ ਇਹ ਨੋਟਿਸ ਹੈ, ਤਾਂ ਹੇਅਰ ਇਜ਼ ਦਾ ਵਰਡ ਨੋਟਿਸ। ਫਿਰ ਆਪਣੀ ਡੇਟ ਆ ਗਈ, ਕੋਈ ਵੀ ਡੇਟ ਜਿਹੜੀ ਜਿਸ ਨੂੰ ਤੁਹਾਡਾ ਰਾਈਟਿੰਗ ਦਾ ਇਹ ਕੰਮ ਚੱਲ ਰਿਹਾ, ਜਦੋਂ ਤੁਸੀਂ ਨੋਟਿਸ ਦੇਣਾ ਹੈ ਉਦੋਂ ਤੁਸੀਂ ਉਹ ਡੇਟ ਲਿਖ ਦੇਣੀ ਹੈ। ਡੇਟ ਦਾ ਫਾਰਮੈਟ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਸੈਪਟੈਂਬਰ ਦੀ ਗੱਲ ਚੱਲ ਰਹੀ ਤਾਂ ਸੈਪਟੈਂਬਰ 11 2020, ਜਾਂ ਜਿਸ ਤਰ੍ਹਾਂ ਹੁਣ ਅੱਜ ਹੈ ਕਿ ਸੈਪਟੈਂਬਰ 20 2020, ਤਾਂ ਇਹ ਚੀਜ਼ਾਂ ਹੋ ਸਕਦੀਆਂ ਨੇ, ਠੀਕ ਹੈ। ਦੈਨ ਹੁਣ ਆਪਾਂ ਅਗਲੀ ਚੀਜ਼ ਪੜ੍ਹੋ, ਔਰ ਇੱਕ ਚੀਜ਼ ਉਸ ਤੋਂ ਪਹਿਲਾਂ ਹੋਰ ਤੁਹਾਡੇ ਧਿਆਨ 'ਚ ਲਿਆਉਂਗੀ ਕਿ ਦਿਸ ਹੈਜ਼ ਬੀਨ ਰਿਟਨ ਇਨਸਾਈਡ ਅ ਬਾਕਸ, ਜਿਹੜੀ ਆਪਣੀ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੁੰਦੀ ਹੈ। So you have been asked to inform students of class +1 and +2 about an inter-school dramatics competition. ਇੱਥੋਂ ਮਿਲ ਗਿਆ ਤੁਹਾਨੂੰ ਆਪਣਾ ਜਿਹੜਾ ਪਰਪਸ ਹੈ, ਕਿਉਂ ਰਾਈਟ ਕਰ ਰਹੇ ਹੋ, ਡਰਾਮੈਟਿਕਸ ਕੰਪੀਟੀਸ਼ਨ ਆਡੀਸ਼ਨ, ਠੀਕ ਹੈ। ਤਾਂ ਦੇਖਦੇ ਜਾਣਾ ਹੈ, ਉਹਦੇ ਚੋਂ ਚੀਜ਼ਾਂ ਸਟੇਟਮੈਂਟ ਚੋਂ ਪਕੜਦੇ ਜਾਣਾ ਹੈ ਔਰ ਆਪਣੇ ਨੰਬਰ ਪੱਕੇ ਕਰਦੇ ਜਾਣੇ ਹੈ ਔਰ ਆਪਣਾ ਰਾਈਟਿੰਗ ਸਕਿੱਲ ਇੰਪਰੂਵ ਕਰਦੇ ਜਾਣਾ ਹੈ।
उन्होंने क्या है, ड्राफ्ट अ नोटिस इन नॉट मोर देन 50 वर्ड्स फॉर द स्टूडेंट्स नोटिस बोर्ड विद ऑल इंपॉर्टेंट डिटेल्स, पुट द नोटिस इन अ बॉक्स। चलो ਇਹਨੇ ਤੁਹਾਨੂੰ ਦੱਸਤਾ, ਬਟ ਅਦਰਵਾਈਜ਼ ਪੁੱਟ ਦ ਨੋਟਿਸ ਇਨ ਅ ਬਾਕਸ ਮੋਸਟਲੀ ਨਹੀਂ ਦਿੱਤਾ ਹੁੰਦਾ, ਤੁਹਾਨੂੰ ਆਪ ਨੂੰ ਹੀ ਪਤਾ ਹੋਣਾ ਚਾਹੀਦਾ ਕਿ ਅਸੀਂ ਬਾਕਸ ਦੇ ਇਨਸਾਈਡ ਨੋਟਿਸ ਲਿਖਣਾ ਹੈ। ਹੁਣ ਡਿਟੇਲਸ ਵੀ ਆਪਾਂ ਆਪ ਕ੍ਰੀਏਟ ਕਰਨੀ ਹੈ, ਤੇ ਇੱਥੇ ਥੋੜੇ ਜਿਹੇ ਤੁਹਾਡੇ ਜਿਹੜੇ ਕ੍ਰੀਏਟਿਵ ਰਾਈਟਿੰਗ ਵਾਲਾ ਸਕਿੱਲ ਹੈ ਨਾ, ਉਹ ਵਧੀਆ ਤਰੀਕੇ ਦੇ ਨਾਲ ਯੂਜ਼ ਹੋਏਗਾ। An inter-school dramatics competition will be held on 23rd of October 2020। ਬੇਟੇ ਉਹਨੇ ਐਟਲੀਸਟ ਦੇਖੋ 1 ਮੰਥ ਦਾ, ਮੋਰ ਦੈਨ 1 ਮੰਥ ਇੱਥੇ ਤੁਹਾਡਾ ਡਿਫਰੈਂਸ ਲੈ ਲਿਆ ਕਿ ਕੋਈ ਵੀ ਆਡੀਸ਼ਨ ਹੋਣਾ, ਕੋਈ ਵੀ ਕੰਪੀਟੀਸ਼ਨ ਹੋਣਾ, ਉਹਦੀਆਂ ਪ੍ਰੈਪਰੇਸ਼ਨਸ ਵਾਸਤੇ ਅਸੀਂ ਟਾਈਮ ਦੇਣਾ। ਲੌਜੀਕਲ ਜੀ ਗੱਲ ਹੈ, ਇਹਦੇ ਵਿੱਚ ਤੁਹਾਡੇ ਕੋਈ ਨੰਬਰ ਮਿਲਣ ਜਾਂ ਕੱਟਣ ਵਾਲੀ ਗੱਲ ਨਹੀਂ ਹੈ, ਠੀਕ ਹੈ। ਐਟ ਦੇਸ਼ ਭਗਤ ਹਾਲ ਐਂਡ ਸੌਰੀ, ਪਹਿਲਾਂ ਇੱਥੋਂ ਤੱਕ ਤੁਹਾਡਾ ਦੇਖੋ ਕੀ ਹੋ ਗਿਆ, ਡੇਟ ਤੇ ਪਲੇਸ ਔਰ ਕੀ ਜਿਹੜਾ ਕੰਪੀਟੀਸ਼ਨ ਹੈ ਉਸਦਾ ਨਾਮ, ਇਹ ਤਿੰਨੋਂ ਚੀਜ਼ਾਂ ਇੱਥੇ ਤੁਹਾਨੂੰ ਕਲੀਅਰ ਕਰਤੀਆਂ। ਹੁਣ ਉਹ ਅੱਗੇ ਕੀ ਕਹਿ ਰਿਹਾ ਹੈ, ਐਨ ਆਡੀਸ਼ਨ ਵਿਲ ਬੀ ਹੈਲਡ ਟੂ ਸਿਲੈਕਟ ਸਟੂਡੈਂਟਸ ਫॉर द ਸਕੂਲ ਟੀਮ। ਇੰਟਰਸਟਿਡ ਕੈਂਡੀਡੇਟਸ may give their names to the undersigned। undersigned ਕੌਣ ਹੈ, ਜਿਹੜਾ ਬੰਦਾ ਇਹ ਹੈ ਜਿਹੜੇ ਤੁਸੀਂ ਹੋ ਇਸ ਵੇਲੇ ਕਿ ਯੂ ਆਰ ਪ੍ਰੇਮ ਦ ਕਲਚਰਲ ਸੈਕਟਰੀ ਆਫ ਦਿਸ ਸਕੂਲ, ਠੀਕ ਹੈ। ਤਾਂ ਅੰਡਰਸਾਈਨ ਨੂੰ ਤੁਸੀਂ ਨੇਮ ਦੇਣੇ ਆ, ਦ ਡਿਟੇਲਸ ਆਰ ਗਿਵਨ ਐਜ਼ given below। the date ਹੋਗੀ, time ਹੋ ਗਿਆ, venue ਹੋ ਗਿਆ, eligibility classes ਜਿਵੇਂ ਉਹਨਾਂ ਨੇ ਪਹਿਲਾਂ ਹੀ ਉੱਤੇ ਦਿੱਤੀਆਂ ਤੁਹਾਨੂੰ +1 +2 ਹੋਣੀ ਚਾਹੀਦੀ ਹੈ, ਔਰ last date for submission of names ਇੱਕ ਤੁਹਾਨੂੰ ਦੇਤੀ ਕਿ ਅਗਰ 23rd of October ਨੂੰ held ਹੋਣਾ ਹੈ ਤਾਂ ਆਪਾਂ ਨੂੰ ਉਹਨੇ 3rd of October ਦੇਤੀ। and here is the signatory ਜਿਹੜਾ ਕਿ ਆਪਣਾ ਸਿਗਨੇਚਰ ਕੀਤੇ ਉਹਨੇ ਪ੍ਰੇਮ ਨੇ, ਨਾਲ ਉਹਦਾ ਨੇਮ ਜਿਹੜਾ ਬਲੌਕ ਲੈਟਰਸ ਦੇ ਵਿੱਚ, ਇਹਨੂੰ ਤੁਸੀਂ ਸਿਗਨੇਚਰ ਮੰਨਣਾ, ਇਹਨੂੰ ਤੁਸੀਂ ਨੇਮ ਮਤਲਬ ਪ੍ਰੋਪਰ ਬਲੌਕ ਲੈਟਰਸ ਦੇ ਵਿੱਚ ਦੇਣਾ, ਤੇ ਉਹਦਾ ਡੈਜ਼ਿਗਨੇਸ਼ਨ ਸੈਕਟਰੀ। ਸੋ ਦਿਸ ਇਜ਼ ਹਾਊ ਵੀ ਰਾਈਟ ਅ ਨੋਟਿਸ। ਹਮੇਸ਼ਾ ਜਿਹੜੀ ਕ੍ਰੀਏਟਿਵ ਰਾਈਟਿੰਗ ਹੈ ਉਹ ਪੂਰੇ ਪੁਆਇੰਟਸ ਨੂੰ, ਫਾਰਮੈਟ ਨੂੰ ਧਿਆਨ ਚ ਰੱਖ ਕੇ ਕਰੋ, ਸਿੰਪਲ ਲੈਂਗੁਏਜ ਯੂਜ਼ ਕਰੋ, ਔਰ ਬਸ ਜਿਹੜੇ 5-6 ਪੁਆਇੰਟ ਇਹ ਦੱਸਿਆ ਕਿ ਬਾਕਸ ਕਰ ਲੈਣਾ ਉਹਦੇ ਵਿੱਚ, ਔਰ ਮਤਲਬ ਕਿੱਥੇ ਬਲੌਕ ਲੈਟਰਸ ਲਿਖਣੀ ਹੈ, ਕੰਟੈਂਟ 50 ਵਰਡਸ ਦਾ ਹੋਣਾ ਚਾਹੀਦਾ, ਇਹ ਸਭ ਗੱਲਾਂ ਨੂੰ ਧਿਆਨ ਚ ਰੱਖ ਕੇ ਬਹੁਤ ਵਧੀਆ ਤੁਹਾਡਾ ਨੋਟਿਸ ਰਾਈਟਿੰਗ ਦੀ ਪ੍ਰੈਪਰੇਸ਼ਨ ਹੋ ਜਾਣੀ ਹੈ। ਇੱਕ ਨੋਟਿਸ ਤੁਹਾਨੂੰ ਇੱਥੇ ਕਰਵਾਤਾ ਐਗਜ਼ਾਮਪਲ ਦੇ ਕੇ, ਤੇ ਉਸ ਤੋਂ ਬਾਅਦ ਆਪਣੀ ਤੁਸੀਂ ਬੋਰਡ ਦੀ ਗ੍ਰਾਮਰ ਦੇ ਵਿੱਚੋਂ ਨੋਟਿਸ ਦੀ ਪ੍ਰੈਕਟਿਸ ਕਰ ਲੈਣੀ ਹੈ, ਐਂਡ ਯੂ ਵਿਲ ਬੀ ਕੁਆਇਟ ਗੁੱਡ ਇਨ this। okay and thank you so much for listening to the lecture carefully। ਤਿਆਰੀ ਕਰਿਆ ਕਰੋ, ਪੜ੍ਹਾਈ ਕਰਿਆ ਕਰੋ, ਔਰ ਲੈਕਚਰ ਦੀ ਇੱਕ ਇੱਕ ਜਿਹੜੀ ਗੱਲ ਹੈ, ਇੱਕ ਇੱਕ ਪੁਆਇੰਟ ਹੈ, ਉਹਨੂੰ ਧਿਆਨ ਨਾਲ ਸੁਣਿਆ ਕਰੋ ਤਾਂ ਕਿ ਤੁਹਾਨੂੰ ਫਰਦਰ ਕੋਈ ਪ੍ਰੋਬਲਮ ਨਾ ਆਵੇ। ਕੋਈ ਵੀ ਲੈਕਚਰ ਅਗਰ ਤੁਸੀਂ ਇੱਕ ਵਾਰੀ ਧਿਆਨ ਨਾਲ ਸੁਣ ਲੈਣਾ ਤਾਂ ਉਹਨੂੰ ਬਾਰ-ਬਾਰ ਵੀ ਨਹੀਂ ਸੁਣਨਾ ਪਏਗਾ, ਇੱਕ ਵਾਰੀ ਦਿਮਾਗ 'ਚ ਬਿਠਾ ਲਓ ਕਿ ਆਹ 5-6 ਪੁਆਇੰਟ ਹੈ, ਅਸੀਂ ਇਹਨਾਂ ਨੂੰ ਲੈ ਕੇ ਚੱਲਣਾ ਹੈ, ਔਰ ਅਸੀਂ ਪ੍ਰੈਕਟਿਸ ਕਰਨੀ ਹੈ, ਅਸੀਂ ਹਾਰਡ ਵਰਕ ਕਰਨਾ ਹੈ। ਥੈਂਕ ਯੂ ਸੋ ਮਚ।